ਸਾਰੀ ਐਜੂਕੇਸ਼ਨ ਕਰਦੇ ਹਾਂ। ਸਾਡੇ ਕੋਲ ਵਰਲਡ ਬੈਂਕ ਵਾਲੇ ਆਏ, ਉਹਨਾਂ ਨੇ ਕਿਹਾ ਪੰਜਾਬ ਵਿੱਚ 13 ਸ਼ਹਿਰ ਸਾਨੂੰ ਦਵੋ ਜਿਨ੍ਹਾਂ 'ਚ ਅਸੀਂ ਵਰਲਡ ਬੈਂਕ ਦੇ ਪੈਸੇ ਲਾਏ ਜਾਣ। ਤੇ ਮੈਂ ਉੱਥੇ ਬੈਠਾ ਹਾਂ ਤੇ ਮੈਂ ਕਿਹਾ ਆਪਣੇ ਸ਼ਹਿਰ ਨੂੰ ਵੀ ਸ਼ਾਮਿਲ ਕਰਾਂਗਾ। ਮੈਂ ਆਪਣੇ ਸ਼ਹਿਰ ਨੂੰ ਡਸਕਾਂ ਨੂੰ ਉਦੋਂ ਸ਼ਾਮਿਲ ਕੀਤਾ 2016-17 ਦੇ ਵਿੱਚ। ਕੋਈ ਬੰਦਾ ਗੱਲ ਕਰੇ ਜੀ ਮੈਂ ਕੀਤਾ ਬਈ ਤੈਨੂੰ ਵਰਲਡ ਬੈਂਕ ਜਾਣਦੇ ਵੀ ਨਹੀਂ ਹੋਣਗੇ, ਮਤਲਬ ਤੈਨੂੰ ਵਰਲਡ ਬੈਂਕ ਸਪੈਲਿੰਗ ਵੀ ਨਹੀਂ ਹੁੰਦੇ ਹੋਣੇ ਤੈਨੂੰ ਐਵੇਂ ਪਹਿਲਾਂ ਆਪਣੇ ਕੋਲ ਮਤਲਬ ਇੱਥੇ ਘਰ ਬਹਿ ਕੇ ਵਰਲਡ ਬੈਂਕ ਵਾਲਿਆਂ ਨਾਲ ਗੁਫ਼ਤਗੂ ਹੋਵੇ ਤਾਂ ਉਹਨਾਂ ਨੇ ਤੁਹਾਨੂੰ ਦੇ ਦਿੱਤੀ। ਮੈਂ ਉੱਥੇ ਬੈਠਾ ਸਾਂ, ਮੈਨੂੰ ਵਜ਼ੀਰ ਆਲਾ ਪੰਜਾਬ ਦੇ ਮੀਆਂ ਸ਼ਬਾਸ਼ੀ ਸਾਹਿਬ ਨੇ ਇੱਕ ਜ਼ਿੰਮੇਵਾਰੀ ਦਿੱਤੀ ਸੀ, ਉਹਦੇ ਤਹਿਤ ਮੈਂ ਆਪਣੇ ਸ਼ਹਿਰ ਦੇ ਫਾਇਦੇ ਵਾਸਤੇ ਵਰਲਡ ਬੈਂਕ ਦੀ ਸਕੀਮ ਮਨਜ਼ੂਰ ਕਰਾਈ। ਉਹ ਸਾਲ ਕੁ ਲੱਗਾ ਉਸ ਕੰਮ ਦੇ ਵਿੱਚ, ਥੋੜੀ ਕੋਈ ਜਿਹੜਾ ਉਹਦਾ ਪੇਪਰ ਵਰਕ ਹੁੰਦਾ ਹੈ। ਉਹਦੇ ਬਾਅਦ ਤੁਸੀਂ ਗਵਾਹ ਇਸ ਗੱਲ ਦੇ 2017 ਤੋਂ ਬਾਅਦ 18 ਆ ਗਿਆ ਤੇ ਸਾਡੇ ਨਾਲ ਕੀ ਹੋਇਆ, ਸਾਡੀ ਕੁਮਤ ਚੱਲੀ ਜੀ। 2018 ਤੋਂ ਲੈ ਕੇ ਮੈਂ ਚੈਲੰਜ ਨਾਲ ਗੱਲ ਕਰਨਾ ਵਾ, ਅਰੇ ਮੈਂ ਗੱਲ ਕਰਨਾ ਵਾ ਬਿਲਕੁਲ ਸਬੂਤਾਂ ਨਾਲ। ਅਗਰ ਕੋਈ ਬੰਦਾ ਇਸ ਗੱਲ ਨੂੰ ਰੱਦ ਕਰਦਾ ਆ ਕੇ ਤੇ ਮੈਨੂੰ ਦੱਸੇ, ਸਾਹਮਣੇ ਆ ਕੇ ਗੱਲ ਕਰੇ, ਕੋਈ ਸਬੂਤ ਲਿਆਏ ਸਾਹਮਣੇ, ਮੈਂ ਸਬੂਤ ਤੁਹਾਨੂੰ ਦੇਣਾ। 2018 ਤੋਂ ਲੈ ਕੇ 2022 ਤੱਕ ਵਰਲਡ ਬੈਂਕ ਦੇ ਤਹਿਤ ਕੋਈ ਟੈਂਡਰ ਹੋਇਆ ਹੈ, ਕੋਈ ਸਕੀਮ ਦੇ ਉੱਤੇ ਕੰਮ ਹੋਇਆ ਤਾਂ ਮੈਨੂੰ ਫੜ ਲਓ, ਮੇਰਾ ਕਿਹੜਾ ਫੜ ਲਓ। ਨਹੀਂ ਇਹਨਾਂ ਕੀਤਾ, ਪੀਟੀਆਈ ਦੀ ਗਵਰਨਮੈਂਟ 'ਚ ਨਹੀਂ ਕੀਤਾ ਇਹਨਾਂ। 2022 ਦੇ ਵਿੱਚ ਸਾਨੂੰ 28 ਮਹੀਨੇ ਦੀ ਗਵਰਨਮੈਂਟ ਮਿਲਦੀ, ਉਸ 28 ਮਹੀਨੇ ਦੀ ਗਵਰਨਮੈਂਟ ਦੇ ਵਿੱਚ ਮੈਂ ਵਰਲਡ ਬੈਂਕ ਦਾ PC1 ਮਨਜ਼ੂਰ ਕਰਵਾਉਣਾ। ਫਿਰ ਪਰਵੇਜ਼ ਦੀ ਗਵਰਨਮੈਂਟ ਆਈ ਜਾਂਦੀ ਹੈ, ਫਿਰ ਇਹਦਾ ਕੰਮ ਰੁਕ ਜਾਂਦਾ। ਉਹਦੇ ਬਾਅਦ ਜਦੋਂ ਨਿਗਰਾਨ ਹੁਕੂਮਤ ਆਉਂਦੀ ਹੈ, ਉਦੋਂ ਜਾ ਕੇ ਮੈਂ ਇਹਦੇ ਕੰਮ ਸ਼ੁਰੂ ਕਰਵਾਉਣਾ। ਔਰ ਉਹਦੇ ਤਹਿਤ ਸ਼ੈਲਰ ਵਾਲਾ ਗਲਾ ਬਣਦਾ, ਅਵਾਮੀ ਰੋਡ ਦਾ ਟੈਂਡਰ ਹੋ ਚੁੱਕਾ ਤੇ ਕੰਮ ਸ਼ੁਰੂ ਹੋ ਚੁੱਕਿਆ। 77 ਕਰੋੜ ਦੀ ਸੀਵਰੇਜ ਦੀ ਸਕੀਮ ਉੱਤੇ ਕੰਮ ਸ਼ੁਰੂ ਹੋਇਆ। ਜਿਹੜਾ ਜਨਮਨ ਮਸਲਾ ਸੀ ਡਸਕੇ ਦੀ ਸੀਵਰੇਜ ਦਾ ਮਸਲਾ ਸੀ ਕਿ ਡਸਕੇ ਦੇ ਸੀਵਰੇਜ ਦਾ ਆਊਟਫਲੋ ਕੋਈ ਨਹੀਂ ਸੀ, ਆਊਟਫਲੋ ਬਣਾਉਣ ਵਾਸਤੇ ਤਾਂ ਕਿ ਪ੍ਰੋਪਰ ਇੱਕ ਆਊਟਫਲੋ ਬਣੇਗਾ।